ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਨਵਾਂ ਟੌਪਿਕ ਸ਼ੁਰੂ ਕਰਨਾ ਅੱਜ ਡਾਇਨਾਮਿਕਸ ਬੁੱਕਸ ਦਾ। ਇਹ ਹੈ ਪਾਵਰ। ਇਸ ਤੋਂ ਪਹਿਲਾਂ ਆਪਾਂ ਵਰਕ ਪੜ੍ਹਿਆ ਸੀਗਾ। ਇਹ ਪਾਵਰ ਹੁੰਦਾ ਕੀ ਹੈਗਾ? ਰੇਟ ਆਫ ਡੂਇੰਗ ਵਰਕ ਆਫ ਐਨ ਏਜੰਟ ਇਜ਼ ਕਾਲਡ ਇਟਸ ਪਾਵਰ। ਕੋਈ ਏਜੰਟ ਹੈ, ਕੋਈ ਵੀ ਬੰਦਾ ਹੈਗਾ, ਮੰਨ ਲਓ ਕੋਈ ਵੀ ਚੀਜ਼ ਹੈ, ਉਹ ਕਿੰਨਾ ਕੰਮ ਕਰ ਰਹੀ ਆ, ਕਿਸ ਰੇਟ ਨਾਲ ਕੰਮ ਕਰ ਰਹੀ ਆ, ਉਹਨੂੰ ਪਾਵਰ ਕਹਿੰਦੇ ਆ। ਜਾਂ ਰੇਟ ਕੀ ਹੁੰਦਾ ਆਪਣੇ ਕੋਲ ਧਿਆਨ ਚ ਹੋਗਾ, ਪਹਿਲਾਂ ਛੋਟੀ ਕਲਾਸ ਪੜ੍ਹਿਆ ਹੈ ਕਿ ਕੋਈ ਡਬਲਯੂ ਦਿੱਤਾ ਹੈ, ਮੰਨ ਲਓ ਵਰਕ ਆ ਆਪਣੇ ਕੋਲ, ਤਾਂ ਰੇਟ ਆਫ ਚੇਂਜ ਕੀ ਹੋ ਗਿਆ ਆਪਣੇ ਕੋਲ? d/dt ਆ ਗਿਆ ਆਪਣੇ ਕੋਲ, ਡੈਰੀਵੇਟਿਵ ਹੁੰਦਾ dw/dt ਜਿਹੜਾ ਹੋ ਗਿਆ ਆਪਣਾ ਰੇਟ ਆਫ ਚੇਂਜ ਆਫ ਵਰਕ ਹੋ ਗਿਆ। ਕਿੰਨੇ ਰੇਟ ਨਾਲ ਵਰਕ ਕਰ ਰਿਹਾ ਕੋਈ ਵੀ ਮੋਟਰ ਲਾ ਲਓ ਜਾਂ ਕੋਈ ਵੀ ਏਜੰਟ, ਜਿਵੇਂ ਮੋਟਰ ਘਰੇ ਯੂਜ਼ ਕਰਦੇ ਹੈਗੇ, ਉਹਦੀ ਪਾਵਰ ਹੁੰਦੀ ਹੈ। ਤਾਂ ਪਾਵਰ ਕੀ ਹੋ ਗਿਆ ਆਪਣੇ ਕੋਲ? ਇੱਕ ਫਾਰਮੂਲਾ ਹੋਰ ਹੋ ਗਿਆ ਕਿ ਵਰਕ ਡਨ ਇਨ 1 ਸੈਕਿੰਡ। ਜਿਵੇਂ ਆਪਾਂ ਸਿੰਪਲ ਐਗਜ਼ਾਮਪਲ ਲੈ ਲੈਂਦੇ ਹਾਂ, ਜਿਵੇਂ ਬਾਡੀ ਜੋ ਹੈ ਉਹ ਇੱਥੋਂ ਇੱਥੇ ਲੈ ਕੇ ਗਏ, ਫਿਰ ਇੱਥੇ ਲੈ ਕੇ ਗਏ। ਕੋਈ ਬੰਦਾ ਫੋਰਸ ਨਾਲ ਧੱਕ ਰਿਹਾ ਬਾਡੀ ਨੂੰ, ਬਾਡੀ ਪਹਿਲਾਂ ਇੱਥੋਂ ਪਹਿਲੇ ਸਕਿੰਟ ਵਿੱਚ ਬਾਡੀ ਇੱਥੇ ਪਹੁੰਚ ਗਈ, ਅਗਲੇ ਸਕਿੰਟ 'ਚ ਬਾਡੀ ਇੱਥੇ ਪਹੁੰਚ ਗਈ। ਤਾਂ ਜਿਹੜੀ ਫੋਰਸ ਲਾਈ ਉਹਨੇ, ਮੰਨ ਲਓ ਉਰੋਂ ਤੋਂ ਲੈ ਕੇ ਉਰੇ ਤੱਕ ਦਾ ਜਿਹੜਾ ਵਰਕ ਹੈਗਾ, ਵੈਸੇ ਲਾ ਰਹੇ ਆਪਾਂ ਕਿ 10 ਜੂਲ ਹੋ ਗਿਆ। ਅਗਲੇ ਸਕਿੰਟ ਦੇ ਵਿੱਚ ਉਰੋਂ ਤੋਂ ਲੈ ਕੇ ਉਰੇ ਵਰਕ ਜਿਹੜਾ ਹੈਗਾ ਮੰਨ ਲਓ 15 ਜੂਲ ਹੋ ਗਿਆ। ਤਾਂ ਪਾਵਰ ਕਿੰਨੀ ਹੋਊਗੀ? ਕਿੰਨਾ ਚੇਂਜ ਹੋਇਆ ਇੱਕ ਸਕਿੰਟ ਦੇ ਵਿੱਚ, ਕਿੰਨਾ ਚੇਂਜ ਹੋਇਆ ਵਰਕ, ਕਿੰਨਾ ਵਰਕ ਡਨ ਕੀਤਾ, ਜਾਂ ਚੇਂਜ ਵਰਕ ਡਨ ਕਹਿ ਸਕਦੇ ਆਪਾਂ। ਪਹਿਲਾਂ 10 ਸੀਗਾ, ਫਿਰ 15 ਹੋ ਗਿਆ, ਤਾਂ ਜਿਹੜੀ ਪਾਵਰ ਹੋਊਗੀ ਉਹਦੀ ਉਹ ਹੋਊਗੀ 5। ਡਿਫਰੈਂਸ ਕਰ ਲਵਾਂਗੇ, 10 ਤੋਂ 15 ਕੀਤਾ ਵਰਕ ਵਧਾਇਆ ਆਪਾਂ ਨੇ 1 ਸੈਕਿੰਡ ਦੇ ਵਿੱਚ, ਤਾਂ ਪਾਵਰ ਜਿਹੜੀ ਹੋਊਗੀ ਉਹ ਹੋਊਗੀ 5 ਜੂਲ ਪਰ ਸੈਕਿੰਡ। ਇਹ ਪਾਵਰ ਹੋ ਗਈ। ਇੱਕ ਸਕਿੰਟ ਦੇ ਵਿੱਚ 5 ਜੂਲ ਚੇਂਜ ਹੋ ਰਹੇ ਨੇ, 5 ਜੂਲ ਦਾ ਵਰਕ ਹੋ ਰਿਹਾ, ਮਤਲਬ ਐਕਸਟਰਾ ਵਰਕ ਜਿਹੜਾ ਹੈਗਾ ਉਹ 5 ਜੂਲ ਦਾ ਕਰ ਰਿਹਾ ਪਰ ਸਕਿੰਟ ਦੇ ਵਿੱਚ। ਤਾਂ ਪਾਵਰ ਜਿਹੜੀ ਹੈਗੀ ਆ ਉਹ ਕਹਾਂਗੇ 5 ਜੂਲ ਹੋ ਗਈ ਹੈ। 10 ਤੋਂ 15, ਤਾਂ 10 ਤੋਂ 15 ਲੈ ਕੇ ਗਿਆ ਹੈਗਾ, ਉਸ ਕੇਸ 'ਚ ਕਹਾਂਗੇ ਕਿ ਕਿੰਨਾ ਚੇਂਜ ਹੋ ਰਿਹਾ ਹੈਗਾ ਪਰ ਸਕਿੰਟ। ਇੱਕ ਸਕਿੰਟ ਜਿੰਨਾ ਚੇਂਜ ਹੋ ਰਿਹਾ ਹੈਗਾ ਪਾਵਰ ਹੋਏਗੀ। ਅਦਰਵਾਈਜ਼ ਜੇ ਪਰ ਸਕਿੰਟ ਆਪਾਂ ਨਹੀਂ ਕਰਨਾ, ਸਿੰਪਲ ਜੀ ਗੱਲ ਹੈ ਕਿ ਫੋਰਸ ਇਨਟੂ ਵੈਲੋਸਿਟੀ ਕਰਾਂਗੇ। ਜੇ ਫੋਰਸ ਕਾਂਸਟੈਂਟ, ਜਿੰਨੇ ਵੀ ਕੁਐਸਚਨ ਆਪਾਂ ਇੱਥੇ ਕਰਾਂਗੇ ਸਾਰੇ ਫੋਰਸ ਕਾਂਸਟੈਂਟ ਹੋਊਗੀ। ਤਾਂ ਜੇ ਫੋਰਸ ਕਾਂਸਟੈਂਟ ਹੈ, ਫੋਰਸ ਇਨਟੂ ਵੈਲੋਸਿਟੀ ਕਰ ਲੈਣਾ ਹੈਗਾ ਆਪਾਂ ਨੇ, ਉਹ ਆਪਣੇ ਕੋਲ ਪਾਵਰ ਆ ਜਾਏਗੀ ਕਿ ਫੋਰਸ ਇਨਟੂ ਵੈਲੋਸਿਟੀ ਨੂੰ ਪਾਵਰ ਕਹਾਂਗੇ। ਅਦਰਵਾਈਜ਼ ਇਹ ਵੀ ਯੂਜ਼ ਕਰਾਂਗੇ ਆਪਾਂ, ਜਿਹੜਾ 1 ਸਕਿੰਟ ਦੇ ਵਿੱਚ ਵਰਕ ਹੋ ਰਿਹਾ ਹੈਗਾ, ਕਿੰਨਾ ਵਰਕ ਹੋ ਰਿਹਾ ਚੇਂਜ, ਤਾਂ ਉਹ 'ਚ ਕਹਾਂਗੇ ਆਪਾਂ ਨੂੰ ਪਾਵਰ ਕਹਾਂਗੇ। 1 ਸਕਿੰਟ 'ਚ ਵਰਕ ਹੋ ਰਿਹਾ। ਤਾਂ ਦੇਖੋ ਕੁਝ ਇਹਦੇ 'ਚ ਕਰਨੇ ਨੇ ਆਪਾਂ ਕੰਸੈਪਟ। ਜੇ ਆਪਣੇ ਕੋਲ ਜਿਵੇਂ ਫੋਰਸ ਹੋ ਗਈ, ਵੈਲੋਸਿਟੀ ਗੱਲ ਹੋ ਰਹੀ ਹੈ, ਜੇ ਆਪਣੇ ਕੋਲ ਡਿਸਟੈਂਸ ਜਿਹੜਾ ਹੈਗਾ, ਇਹ 'ਚ ਕੁਐਸਚਨ ਆਉਣਗੇ, ਇਹ ਫੁੱਟ ਦੇ ਵਿੱਚ, ਤੇ ਜਿਹੜਾ ਵੇਟ ਹੈਗਾ ਜਾਂ ਮਾਸ ਆ ਉਹ ਪਾਉਂਡ ਦੇ ਵਿੱਚ। ਟਾਈਮ ਤਾਂ ਸੈਕਿੰਡ 'ਚ ਹੀ ਹੈ। ਤਾਂ ਯੂਨਿਟ ਆਫ ਪਾਵਰ ਜਿਹੜੇ ਹੈਗੇ ਨੇ ਆਪਣੇ ਕੋਲ, ਜਿਹੜੇ ਯੂਨਿਟ ਨੇ ਪਾਵਰ ਦੇ, ਇਹ ਧਿਆਨ ਰੱਖਣੀ ਗੱਲਾਂ। ਇਹਨੂੰ ਕਹਾਂਗੇ ਆਪਾਂ ਫੁੱਟ, ਪਾਉਂਡ, ਫੁੱਟ ਪਾਉਂਡ ਪਰ ਸਕਿੰਟ। ਜੇ ਆਪਣੇ ਕੋਲ ਡਿਸਟੈਂਸ ਮੀਟਰ ਵਿੱਚ, ਮਾਸ kg 'ਚ ਹੈ, ਟਾਈਮ ਸੈਕਿੰਡ 'ਚ, ਤਾਂ ਯੂਨਿਟ ਹੋਣਗੇ ਪਾਵਰ ਦੇ ਵਾਟ। ਵੈਸੇ ਮੋਸਟਲੀ ਆਹੀ ਯੂਜ਼ ਕਰਾਂਗੇ ਤਾਂ ਦੱਸਣ ਵਾਸਤੇ। ਜੇ ਤਾਂ ਇੱਕ ਹੋਰ ਯੂਨਿਟ ਯੂਜ਼ ਕਰਾਂਗੇ ਆਪਾਂ, ਉਹ ਹੈ ਜੀ HP, ਜਿਹੜਾ ਆਪਾਂ ਆਮ ਯੂਜ਼ ਕਰਦੇ ਹੈਗੇ ਹਾਰਸ ਪਾਵਰ। ਇਹ ਹਾਰਸ ਪਾਵਰ
ਇਹ ਕੀ ਹੋਊਗਾ, ਇਹ 746 ਵਾਟ ਦੇ ਬਰਾਬਰ, ਵਾਟ W ਪਾਲ ਜੇ WAT 746 ਵਾਟਸ ਨੇ ਉਹ ਆਪਣੇ ਕੋਲ ਹਾਰਸ ਪਾਵਰ ਹੋਏਗੀ। ਜੇ ਫੁੱਟ ਪਾਊਂਡਰ ਦੇ ਵਿੱਚ ਹੈ ਤਾਂ ਜਿਹੜਾ HP ਹੈਗਾ ਹਾਰਸ ਪਾਵਰ ਹੈਗੀ ਆ ਇਹ 550 ਫੁੱਟ ਪਾਊਂਡਰ ਪਰ ਸੈਕਿੰਡ ਇਹਦੇ ਬਰਾਬਰ ਹੋਏਗੀ। ਜਾਂ ਹੋਰ ਜੇ ਆਪਣੇ ਕੋਲ ਵਾਟ ਵਿੱਚ ਹੈ ਉਹਨੂੰ ਹਾਰਸ ਪਾਵਰ ਚ ਕਨਵਰਟ ਕਰਨਾ ਆਪਾਂ ਨੇ, ਵਾਟ ਦੇ ਕੁਛ ਨੂੰ ਹਾਰਸ ਪਾਵਰ ਚ ਕਨਵਰਟ ਕਰਨਾ ਹੈਗਾ ਤਾਂ ਇੱਕ 1/46 746 से डिवाइड करांगे तो ये हार्स पावर ਦੇ ਵਿੱਚ ਆ ਜਾਏਗਾ ਵਾਟ। मतलब कि ਆਪਾਂ ਨੇ ਜਦੋਂ ਵਾਟ ਨੂੰ ਹਾਰਸ ਪਾਵਰ ਚ ਕਨਵਰਟ ਕਰਨਾ ਹੈਗਾ ਤਾਂ 1/746 ਨਾਲ ਮਲਟੀਪਲਾਈ ਕਰਾਂਗੇ। ਜੇ ਫੁੱਟ ਪਾਊਂਡਰ ਪਰ ਸਕਿੰਟ ਨੂੰ ਕਨਵਰਟ ਕਰਨਾ ਹੈਗਾ ਤਾਂ ਉਸ ਕੇਸ ਚ ਆਪਾਂ 1/550 ਨਾਲ ਮਲਟੀਪਲਾਈ ਕਰਾਂਗੇ। ਇਹ ਕੁਝ ਕਨਵਰਜਨ ਨੇ ਯਾਦ ਰੱਖਣੀਆਂ ਨੇ, ਨੂਮੈਰੀਕਲ ਯੂਜ਼ ਹੋਣਗੀਆਂ ਜੀ। ਕੁਝ ਨੂਮੈਰੀਕਲ ਦੇਖ ਲੈਂਦੇ ਆਪਾਂ ਫਿਰ ਸਮਝ ਆ ਜਾਊਗਾ ਜੀ। ਇਹ ਹੈ ਟੌਪਿਕ ਪ੍ਰੋਪਰ ਡੀਪ ਨਹੀਂ ਹੈਗਾ, ਮੋਟਾ ਮੋਟਾ ਟੌਪਿਕ ਆ। ਜੋ ਨੂਮੈਰੀਕਲ ਕਰਨਾ ਆਪਾਂ ਜਿਹੜਾ ਨੂਮੈਰੀਕਲ ਪਹਿਲਾਂ ਕਰਨਾ ਸਟੇਟਮੈਂਟ ਦੇਖ ਲਓ। ਉਹ ਹੈਗਾ ਵਾਟਰ ਫਲੋਜ਼ ਓਵਰ ਅ ਵਾਟਰਫਾਲ a height 100 meters at the rate of 263 meter cube per second. Estimate the total power of the waterfall. Mass of 1 meter cube of water is equals to 1000 kg ਨਾਲ given ਆਪਾਂ ਦਿੱਤਾ ਕੀ ਹੈਗਾ ਜਿਹੜਾ ਵਾਟਰਫਾਲ ਕਰ ਰਿਹਾ ਹੈਗਾ ਆ ਗਰਾਊਂਡ ਆ ਜੀ। ਇੱਥੋਂ ਮੰਨ ਲਓ ਪਾਣੀ ਜਿਹੜਾ ਨੀਚੇ ਫਾਲ ਕਰ ਰਿਹਾ ਹੈਗਾ ਤੇ ਕਿਸ ਤਰ੍ਹਾਂ ਫਾਲ ਕਰ ਰਿਹਾ ਹੈਗਾ 263 ਮੀਟਰ ਕਿਊਬ ਪਰ ਸੈਕਿੰਡ। ਇਹ ਗੱਲ ਨਹੀਂ ਸਮਝ ਆ ਰਹੀ, ਦਿੱਤਾ ਹੋਇਆ ਉਹਨਾਂ ਨੇ ਜਿਹੜਾ 1 ਮੀਟਰ ਕਿਊਬ ਹੈਗਾ ਉਹ 1000 kg ਦੇ ਬਰਾਬਰ ਹੁੰਦਾ, ਦਿੱਤਾ ਹੋਇਆ ਉਹਨਾਂ ਨੇ। ਤਾਂ ਇਹ ਹੋ ਗਿਆ 263,000 kg ਪਰ ਸੈਕਿੰਡ। ਇੰਨਾ ਭਾਰ 1 ਸਕਿੰਟ ਦਾ ਪਾਣੀ ਦੇ ਨੀਚੇ ਆ ਰਿਹਾ ਤੇ ਹਾਈਟ ਕਿੰਨੀ ਹੈਗੀ ਹੈ, ਹਾਈਟ ਦਿੱਤੀ ਹੋਈ ਹੈਗੀ ਆਪਾਂ ਨੂੰ 100 ਮੀਟਰ। ਮਤਲਬ ਕਿ 1 ਸਕਿੰਟ ਦੇ ਵਿੱਚ ਓਵਰਆਲ 263,000 kg ਪਾਣੀ ਉਹ ਨੀਚੇ ਆ ਰਿਹਾ। ਤਾਂ ਪਾਵਰ ਪੁੱਛੇਗੀ ਪਾਵਰ ਕਿੰਨੀ ਹੋਊਗੀ ਇਹਦੀ। ਪਾਵਰ ਦੀਆਂ ਜਿਵੇਂ ਦੋ ਗੱਲਾਂ ਦੋ ਹੀ ਫਾਰਮੂਲੇ ਆਪਾਂ ਮੋਸਟਲੀ ਯੂਜ਼ ਕਰਾਂਗੇ, ਜਾਂ ਫੋਰਸ ਇਨਟੂ ਵੈਲੋਸਿਟੀ ਹੋਊਗਾ ਪਾਵਰ, ਜਾਂ ਇਦਾਂ ਕਰ ਲਓ ਜੇ ਔਖਾ ਲੱਗ ਰਿਹਾ ਹੈਗਾ ਤਾਂ ਆਪਾਂ ਇਹ ਕਰਾਂਗੇ ਵਰਕ ਡਨ ਪਰ ਸੈਕਿੰਡ ਕਰਾਂਗੇ, ਜਾਂ ਵਰਕ ਡਨ ਪਰ ਸੈਕਿੰਡ 1 ਸਕਿੰਟ ਦੇ ਵਿੱਚ ਕਿੰਨਾ ਕੰਮ ਕੀਤਾ ਹੈਗਾ ਉਹ ਆਪਣੇ ਕੋਲ ਪਾਵਰ ਹੋ ਜਾਏਗੀ। ਫਿਰ ਉੱਦਾਂ ਕਰ ਰਹੇ ਆਪਾਂ ਹੁਣ। ਮਤਲਬ ਗੱਲ ਇਹ ਬਣ ਗਈ ਆਪਣੇ ਕੋਲ ਕੱਢਣਾ ਆਪਾਂ ਵਰਕ ਹੀ। ਹੁਣ ਵਰਕ ਦੇ ਕੁਐਸਚਨ ਪਹਿਲਾਂ ਕੀਤੇ ਹੋਏ ਨੇ ਆਪਾਂ, ਉਹੀ ਕੰਸੈਪਟ ਲੱਗੇਗਾ ਇਹਦੇ ਵਿੱਚ। ਸੋ ਦੇਖਦੇ ਹਾਂ ਆਪਾਂ ਹੁਣ ਦੇਖਦੇ ਹਾਂ ਕਿ 1 ਸਕਿੰਟ 'ਚ ਕਿੰਨਾ ਵਰਕ ਹੋ ਰਿਹਾ ਉਹਨੂੰ ਪਾਵਰ ਕਹਾਂਗੇ ਆਪਾਂ। ਤਾਂ ਉਹਦੇ ਪਾਵਰ ਪਹਿਲਾਂ ਵਰਕ ਕੱਢਦੇ ਹਾਂ ਆਪਾਂ। ਹੁਣ ਵਰਕ ਦਾ ਫਾਰਮੂਲਾ ਕੀ ਹੋਊਗਾ ਇਸ ਕੇਸ 'ਚ? ਹਾਈਟ ਦੀ ਗੱਲ ਹੋ ਰਹੀ ਹੈਗੀ ਆ ਤਾਂ ਵਰਕ ਅਗੇਂਸਟ ਗ੍ਰੈਵਿਟੀ, ਦ ਵਰਕ ਡਨ ਬਾਈ ਗ੍ਰੈਵਿਟੀ ਨੀਚੇ ਆਊਗਾ, ਉੱਪਰ ਜਾਣ ਲੱਗੇ ਅਗੇਂਸਟ ਗ੍ਰੈਵਿਟੀ ਕਹਿੰਦੇ ਆਪਾਂ। ਤਾਂ ਵਰਕ ਡਨ ਬਾਈ ਗ੍ਰੈਵਿਟੀ ਇਹ ਹੁੰਦਾ ਹੈਗਾ ਜੀ mgh। ਮਾਸ ਹੈਗਾ 263,000, g ਆਪਣੇ ਕੋਲ 9.8 ਹੈ ਤੇ ਹਾਈਟ ਹੈਗੀ ਆ 100। ਇਹ ਆ ਗਿਆ ਵਰਕ ਡਨ ਬਾਈ ਗ੍ਰੈਵਿਟੀ ਇਨ 1 ਸੈਕਿੰਡ। ਇਹ ਲਿਖਣਾ ਨੇ ਆਪਾਂ ਇਨ 1 ਸੈਕਿੰਡ। ਤੇ ਇਹਨੂੰ ਕੀ ਕਹਾਂਗੇ ਆਪਾਂ? ਇਹ ਪਾਵਰ। ਇਹ ਬਣ ਗਿਆ
26300 into 980 ये अपने को ओवरऑल आंसर बन गया। बाकी ये वॉट विच आएगा क्योंकि मास केजी विच, वेट केजी मास केजी विच ते डिस्टेंस मीटर विच, टाइम सैकंड दे विच, ये वॉट विच आएगा आंसर, वॉट कहांगे। बाकी मल्टीप्लाई करांगे जो आ गया आंसर। कड्ढिया आपां वर्क ही है, एक सेकंड जिहड़ा वर्क हो रहा हैगा उहनूं पावर कहांगे, जां पावर की होगी फोर्स इंटू वेलोसिटी। बस यही गल्लां इहदे विच ਜਿਹੜੀਆਂ ਆਪਾਂ ਧਿਆਨ ਰੱਖਣੀਆਂ ਨੇ। एक क्वेश्चन होर देखना, देखो a train of total mass 150 tons moves with an acceleration of 0.3 meter per second square on a straight horizontal track. The resistance to motion for every 1 ton of train is 10 kilogram weight. Find the horsepower developed by the locomotive at t equal to 10 seconds, assuming that the velocity at t equal to 0 seconds was 80 meter per second. If after 10 seconds the velocity is constant, calculate the horsepower required to maintain the speed. चलो देखो, ये ट्रेन दी हुई अपना मास दिता है 150 टन या मीट्रिक टन या टन इको गल होंदी है, पहला पढ़िया है अपने, तो ये 1000 kg होंदा जी। जिहड़ा मास ऑफ ट्रेन हैगा 150,000 kg, टन पाया मीट्रिक टन पाया 1000 kg लवांगे आप। जिहड़ी एसलेशन हैगी आ वो हैगी आ 0.3 मीटर पर सेकंड स्क्वायर। और रेजिस्टेंस दी हुई है आपां नूं, रेजिस्टेंस कितनी होएगी, 1 टन वास्ते 1 टन लई रेजिस्टेंस गिवन हैगी आपां नूं 10 किलोग्राम वेट। तो ओवरऑल मास कितना ट्रेन का 150 टन, तो यह आऊगा 150 इंटू 10 किलोग्राम वेट, ये रेजिस्टेंस होगी। ये बन गया 1500 किलोग्राम वेट। इनू आप न्यूटन च कन्वर्ट कर सकते हैं जी, इंटू जी करके न्यूटन च आ जाएगा, डायरेक्ट मल्टीप्लाई कर लवांगे न्यूटन च आ जाएगा। ये रेजिस्टेंस गिवन आप 1500 जी हो गया। फाइंड द हॉर्स पावर डिवेलप बाय द लोकोमोटिव। लोकोमोटिव की होंदा हैगा जिन्हों आप इंजन कह लीए, स्टार्टिंग च इंजन होंदा जी, पिछे डब्बे होंदे, इंजन खिंचदा होंदा, इंजन नूं आप लोकोमोटिव भी कह सकते हैं। तो जो टाइम t इक्वल्स टू 10 सेकंड होएगा उस वेले हॉर्स पावर कितनी, पावर पूछे पावर कितनी आऊगी, t को 10 सेकंड वेले पावर कितनी आऊगी ये अपन पूछे है। सो देखो पावर किवें आएगी, जिहड़ी पावर होएगी तो पावर आप हॉर्स पावर लखनी है, वाट विच आएगा क्योंकि मीटर विच किलोग्राम दे विच सेकंड है, वाट विच आंसर आएगा। इनू जो आप हॉर्स पावर च कन्वर्ट करना है तो 746 से डिवाइड कर देवांगे, हॉर्स पावर से आ जाएगा आंसर। चलो देखते हैं आप हुण ने दिता की होया, थोड़ा आप दोबारा देख लीए। ट्रेन है, ट्रेन का इंजन ये ट्रेन खिंच रहा, बाकी डब्बे खिंच रहा है ट्रेन का इंजन। तो जो देखना शुरू किया उस टाइम वेलोसिटी सी 18 मीटर पर सेकंड, जो आप देखना शुरू किया उदों 80 मीटर पर सेकंड सी। तो खिंचते खिंचते आप जोर लाएगा, जोर लाते लाते इत्थे पहुंच गया, t इक्वल टू 10 सेकंड से इत्थे पहुंच गया, मान लो नाल डब्बे ने। जो इत्थे पहुंचया
ਤਾਂ ਇਸ ਵੇਲੇ ਦੱਸੋ कि ਇਹਦੀ ਹਾਰਸ ਪਾਵਰ ਕਿੰਨੀ ਹੋਊਗੀ, ਕਿੰਨੀ ਪਾਵਰ ਨਾਲ ਇਹ ਖਿੱਚ ਰਿਹਾ ਹੋਊਗਾ ਇਸ ਟਾਈਮ। ਉਹ ਪਾਵਰ ਆਪਾਂ ਹਾਰਸ ਪਾਵਰ 'ਚ ਲੱਭਣੀ ਹੈ। ਤਾਂ ਸਿੰਪਲ ਜੀ ਗੱਲ ਹੋ ਗਈ, ਆਪਾਂ ਫੋਰਸ ਲੈ ਲਈਏ ਤੇ ਵੈਲੋਸਿਟੀ ਲੈ ਲਈਏ ਤਾਂ ਫੋਰਸ ਇੰਟੂ ਵੈਲੋਸਿਟੀ ਕਰ ਦੇਵਾਂਗੇ, ਆਪਣੀ ਹਾਰਸ ਪਾਵਰ ਆ ਜਾਏਗੀ। ਉਹਨੂੰ 746 ਤੇ ਆਪਾਂ ਡਿਵਾਈਡ ਕਰ ਦੇਵਾਂਗੇ, ਹਾਰਸ ਪਾਵਰ 'ਚ ਆਂਸਰ ਆ ਜਾਏਗਾ। ਤੇ ਇਹ ਵੀ ਗਿਵਨ ਆਪਾਂ ਜਿਹੜੀ ਐਸਲੇਸ਼ਨ ਹੈਗੀ ਆ ਉਹ 0.3 ਮੀਟਰ ਪਰ ਸੈਕਿੰਡ ਸਕੁਅਰ। ਤਾਂ ਸਭ ਤੋਂ ਪਹਿਲਾਂ ਕੰਮ ਇਹ ਕਰਦੇ ਹਾਂ, ਆਪਾਂ ਇਹ ਲੱਭਦੇ ਹਾਂ ਕਿ ਇਸ ਟਾਈਮ ਦੀ ਵੈਲੋਸਿਟੀ ਕਿੰਨੀ ਹੋਊਗੀ। ਹੁਣ ਐਸਲੇਸ਼ਨ ਕਾਂਸਟੈਂਟ ਆ, ਤਾਂ ਕਾਂਸਟੈਂਟ ਐਸਲੇਸ਼ਨ ਵਾਸਤੇ ਪਿਛਲੇ ਫਾਰਮੂਲੇ ਆਪਾਂ ਯੂਜ਼ ਕਰ ਸਕਦੇ ਹਾਂ। ਉਹ ਕਿਵੇਂ ਸੀ, ਜਿਹੜਾ v ਹੁੰਦਾ ਹੈਗਾ ਇਹ ਹੁੰਦਾ u ਪਲੱਸ ft। v ਇਨੀਸ਼ੀਅਲ ਵੈਲੋਸਿਟੀ ਦਿੱਤੀ ਹੋਈ ਆ ਆਪਾਂ ਨੂੰ 18, f ਦਿੱਤਾ ਹੋਇਆ 0.3 ਆ, ਟਾਈਮ ਦਿੱਤਾ ਹੋਇਆ ਆਪਾਂ ਨੂੰ 10 ਸੈਕਿੰਡ ਆ। ਤਾਂ ਇਹ 21 ਮੀਟਰ ਪਰ ਸੈਕਿੰਡ ਦਾ ਵੈਲੋਸਿਟੀ ਇੱਥੇ ਆ। ਹੁਣ ਬਸ ਆਪਾਂ ਨੇ ਕਰਨਾ ਕੀ ਆ, ਇਹਦੇ ਵਿੱਚ ਓਵਰਆਲ ਫੋਰਸ ਲੱਭਣੀ ਹੈ ਕਿੰਨੀ ਹੋਊਗੀ। ਫੋਰਸ ਲੱਭ ਕੇ ਫੋਰਸ ਇੰਟੂ ਵੈਲੋਸਿਟੀ ਲੱਭ ਕੇ ਆਪਣਾ ਆਂਸਰ ਆ ਜਾਏਗਾ। ਸੋ ਦੇਖਦੇ ਹਾਂ ਆਪਾਂ, ਮੰਨ ਲਓ ਇਹਨੂੰ F ਫੋਰਸ ਨਾਲ ਅੱਗੇ ਖਿੱਚ ਰਿਹਾ ਇੰਜਨ। ਇਹ ਨੈਟ ਐਸਲੇਸ਼ਨ ਆ, ਨੈਟ ਐਸਲੇਸ਼ਨ, ਇਹ ਰਿਜ਼ਲਟੈਂਟ ਐਸਲੇਸ਼ਨ ਆ। ਇਹ ਇੰਨੀ ਫੋਰਸ ਨਾਲ ਖਿੱਚ ਰਿਹਾ ਹੈਗਾ, ਕੋਈ ਚੀਜ਼ ਨੂੰ ਅਪੋਜ਼ ਕਰੇਗੀ ਕਿਹੜੀ, ਰੈਜ਼ਿਸਟੈਂਸ। ਤਾਂ ਰੈਜ਼ਿਸਟੈਂਸ ਇਧਰਲੇ ਪਾਸੇ ਐਕਟ ਕਰੇਗੀ, ਇਹ ਫੋਰਸ ਹੋ ਗਈ, ਰੈਜ਼ਿਸਟੈਂਸ ਹੋ ਗਈ। ਇਹਨੂੰ ਆਰ ਪਾ ਲੈਣਾ ਆਪਾਂ। ਇਹ ਲੱਭਣੀ ਆਪਾਂ ਫੋਰਸ, ਕਿੰਨੀ ਫੋਰਸ ਨਾਲ ਇਹ ਜਾ ਰਿਹਾ, ਖਿੱਚ ਰਿਹਾ। ਤੇ ਪਹਿਲਾਂ ਆਪਾਂ ਰਿਜ਼ਲਟ ਕੀਤੇ ਹੋਏ ਨੇ, ਇਹ ਇਫੈਕਟਿਵ ਫੋਰਸ ਆ। ਇਫੈਕਟਿਵ ਫੋਰਸ ਕੀ ਹੋਊਗੀ, ਮਾਸ ਇੰਟੂ ਐਸਲਰੇਸ਼ਨ ਇਜ਼ ਇਕੁਅਲ ਟੂ F ਮਾਈਨਸ R। ਕਿਉਂਕਿ ਆਪਾਂ ਨੇ ਉਹ ਫੋਰਸ ਲੈਣੀ ਆ ਜਿਹੜੀ ਫੋਰਸ ਨਾਲ ਇਹਨੂੰ ਖਿੱਚ ਰਿਹਾ। ਇਹ ਤਾਂ ਨੈਟ ਆ ਕਿ ਖਿੱਚਣ ਤੋਂ ਬਾਅਦ ਲੱਗ ਗਿਆ ਪਤਾ ਆਪਾਂ ਨੂੰ ਕਿ ਇੰਨੀ ਐਸਲੇਸ਼ਨ ਟ੍ਰੇਨ ਮੂਵ ਕਰ ਰਹੀ ਹੈ। ਤਾਂ ਇਹ ਓਵਰਆਲ ਫੋਰਸ ਲੱਭਣੀ, ਕਿੰਨੀ ਫੋਰਸ ਨਾਲ ਖਿੱਚ ਰਿਹਾ। ਦੋ ਗੱਲਾਂ ਹੋਣਗੀਆਂ, ਖਿੱਚਣ ਵਾਸਤੇ ਕਰੇ ਇੱਕ ਤਾਂ ਰੈਜ਼ਿਸਟੈਂਸ ਨੂੰ ਓਵਰਕਮ ਕਰੇਗੀ, ਦੂਜੀ ਗੱਲ ਇਹ ਫੋਰਸ ਇੰਨੀ ਐਸਲੇਸ਼ਨ ਨਾਲ ਮੂਵ ਕਰਵਾਏਗੀ। ਰੈਜ਼ਿਸਟੈਂਸ ਨੂੰ ਵੀ ਇਹਨੇ ਛੱਡਣਾ ਹੈਗਾ, ਓਵਰਕਮ ਕਰਨਾ ਹੈਗਾ, ਤੇ ਇੰਨੀ ਐਸਲੇਸ਼ਨ ਨਾਲ ਮੂਵ ਕਰਵਾਉਣਾ ਹੈਗਾ। ਜਿਵੇਂ ਪਹਿਲਾਂ ਆਪਾਂ ਵੈਸੇ ਇਕੁਏਸ਼ਨ ਬਣਾ ਚੁੱਕੇ ਹਾਂ, ਪਹਿਲਾਂ ਕੁਐਸਚਨ ਕੀਤੇ ਹੋਏ ਨੇ। ਤਾਂ ਨੈਟ ਕੀ ਹੁੰਦਾ ਆਪਣੇ ਕੋਲ, ਮਾਸ ਇੰਟੂ ਐਸਲੇਸ਼ਨ ਇਜ਼ ਇਕੁਅਲ ਟੂ ਦਿਸ ਫੋਰਸ ਮਾਈਨਸ ਇਹ ਅਪੋਜ਼ ਕਰ ਰਹੀ ਹੈ। ਇਹ ਫੋਰਸ ਅੱਗੇ ਕਿਉਂ ਲਈ ਹੈ, ਬਿਕੋਜ਼ ਐਸਲੇਸ਼ਨ ਅੱਗੇ ਜਾ ਰਹੀ ਹੈ। ਇਹ ਕੀਤਾ ਹੋਇਆ ਆਪਾਂ ਨੇ, ਆਹ ਲੱਭਣੀਆਂ ਫੋਰਸ ਆਪਾਂ ਨੇ। ਤਾਂ ਫੋਰਸ ਕੀ ਹੋ ਗਈ ਆਪਣੇ ਕੋਲ, ਮਾਸ ਕਿੰਨਾ 15,000, ਜਾਂ ਪਹਿਲਾਂ ਲਿਖ ਲੈਣੇ ਆਪਾਂ ਮਾਸ ਇੰਟੂ F ਪਲੱਸ R। ਇੱਦਾਂ ਵੀ ਸਿੱਧਾ ਵੀ ਲਿਖ ਸਕਦੇ ਹਾਂ, ਕਿਉਂਕਿ ਇਹ ਫੋਰਸ ਦੋ ਕੰਮ ਕਰੇਗੀ, ਇੱਕ ਤਾਂ ਰੈਜ਼ਿਸਟੈਂਸ ਨੂੰ ਓਵਰਕਮ ਕਰੇਗੀ ਅਤੇ ਇੰਨੀ ਐਸਲੇਸ਼ਨ ਨਾਲ ਮੂਵ ਕਰਵਾਏਗੀ। ਜਿਵੇਂ ਮੈਂ ਤੁਹਾਨੂੰ ਕਹਾਂ ਕਿ ਇੱਧਰਲੇ ਪਾਸੇ ਇੱਕ ਬੰਦਾ ਜ਼ੋਰ ਲਾ ਰਿਹਾ ਹੈਗਾ 10 ਨਿਊਟਨ ਦਾ, ਤੇ ਇੱਧਰਲੇ ਪਾਸੇ ਕਿੰਨਾ ਜ਼ੋਰ ਲਾਵਾਂ ਕਿ ਨੈਟ ਜ਼ੋਰ ਜਿਹੜਾ ਹੈਗਾ ਉਹ 20 ਨਿਊਟਨ ਦਾ ਹੋਵੇ ਇੱਧਰਲੇ ਪਾਸੇ। ਦੁਬਾਰਾ ਸੁਣ ਲਓ, ਇੱਕ ਇੱਧਰ ਪਾਸੇ ਬੰਦਾ ਜ਼ੋਰ ਲਾ ਰਿਹਾ, ਪਿਛਲੇ ਪਾਸੇ 10 ਨਿਊਟਨ ਦਾ, ਇੱਧਰ ਪਾਸੇ ਜ਼ੋਰ ਲਾ ਰਿਹਾ। ਇੱਧਰਲੇ ਪਾਸੇ ਜ਼ੋਰ ਕਿੰਨਾ ਲਾਈਏ, ਜਿਹੜਾ ਓਵਰਆਲ ਜ਼ੋਰ ਹੈਗਾ ਇੱਧਰਲੇ ਪਾਸੇ 20 ਨਿਊਟਨ ਦਾ ਹੋਵੇ। ਤਾਂ ਪਹਿਲਾਂ ਕੀ ਕਰੇਗਾ, 10 ਨਿਊਟਨ ਦਾ ਜ਼ੋਰ ਲਾਇਆ, ਇਹ ਬੈਲੈਂਸ ਕਰ ਦੇਣਾ। ਉਸ ਤੋਂ ਬਾਅਦ 20 ਨਿਊਟਨ ਲਾਣਾ, ਫਿਰ 20 ਹੋਰ ਲਾਤਾ, ਤਾਂ ਓਵਰਆਲ ਜਿਹੜਾ ਹੈਗਾ ਉਹ 30 ਨਿਊਟਨ ਦਾ ਜ਼ੋਰ ਲੱਗੇਗਾ। ਪਹਿਲਾਂ ਆਰ ਜ਼ੋਰ ਲਾਇਆ, ਬੈਲੈਂਸ ਕਰਤਾ, ਤੇ ਇੰਨੀ ਐਸਲੇਸ਼ਨ ਨਾਲ ਮੂਵ ਕਰਵਾਉਣਾ ਹੈਗਾ, ਤਾਂ ਮਾਸ ਇੰਟੂ ਐਸਲੇਸ਼ਨ ਕਰਕੇ ਫੋਰਸ ਆ ਗਈ। ਬਾਕੀ ਜਿਸ ਤਰ੍ਹਾਂ ਅੱਜ ਕੱਲ੍ਹ ਡਾਇਰੈਕਟ ਇਕੁਏਸ਼ਨਾਂ ਬਣਾਈਆਂ ਹੋਈਆਂ ਆਪਾਂ ਨੇ ਪਹਿਲਾਂ, ਤਾਂ ਇਹ ਫੋਰਸ ਆ ਗਈ ਆਪਣੇ ਕੋਲ ਮਾਸ ਹੈਗਾ 150,000 ਇੰਟੂ ਐਸਲਰੇਸ਼ਨ ਪਲੱਸ ਰੈਜ਼ਿਸਟੈਂਸ ਹੈਗਾ 1500 G। ਇਹ ਨੈਟ ਫੋਰਸ ਆ ਗਈ। ਫੋਰਸ ਨਿਕਲ ਗਈ, ਵੈਲੋਸਿਟੀ ਕੱਢ ਲਈ, ਉਹ ਮਲਟੀਪਲਾਈ ਕਰ ਦੇਵਾਂਗੇ। ਦੇਅਰਫੋਰ ਕਰ ਲਓ ਸੋਲਵ, ਕਿੰਨਾ ਹੋਊਗਾ 4 5 1 2 3 ਪਲੱਸ 1500 G। ਤਾਂ ਦੇਅਰਫੋਰ ਪਾਵਰ ਜੋ ਹੈਗੀ ਆ 10 ਸੈਕਿੰਡ ਵੇਲੇ ਇਹ ਹੋਊਗੀ ਫੋਰਸ ਇੰਟੂ ਵੈਲੋਸਿਟੀ ਇੰਟੂ 20, ਇਹ ਵਾਟ ਵਿੱਚ ਆਏਗਾ। ਹੁਣ ਇਹ ਹਾਰਸ ਪਾਵਰ ਲੱਭਣਾ ਆਪਾਂ ਨੇ, ਦੇਅਰਫੋਰ ਹਾਰਸ ਪਾਵਰ ਨਿਕਲੇਗੀ, ਇਹਨੂੰ ਆਪਾਂ
ने 746 से डिवाइड कर लेना। बाकी सॉल्व कर लिए हॉर्स पावर आ जाए। जी की वैल्यू पर समय पर 9.8 भर के प्रॉपर सॉल्व कर ली, बाकी जो आ गया वो आंसर ये अपना आंसर आ गया। तो नैक्सट पार्ट ने पूछा इस तो बाद कितनी हॉर्स पावर चाहिए हैगी कि उसकी वेलोसिटी कॉन्स्टेंट रहे। मतलब कि इस तो बाद 10वें सेकंड तो बाद वेलोसिटी कॉन्स्टेंट रखनी है। मतलब कि उड़े तो वेलोसिटी बढ़ रही है ना, पहला 18 होगी, फिर 19 होगी, फिर 20 होगी, फिर 21 तो बाद वेलोसिटी आप 21 रखनी है। जे वेलोसिटी आप 21 रखनी है, जिवें इदां ला लो उरे मान लो 21 मीटर पर सैकेंड मूव कर रहा है ट्रेन, तो यह 21 की ही वेलोसिटी नाल अगे मूव करे, कितनी पावर इनू मेनटेन करने वास्ते चाहिए है। सिंपल ही गल आ, वेलोसिटी चेंज नहीं करनी आप। जे वेलोसिटी चेंज नहीं करनी हैगी तो एक्सेलरेशन कितनी होगी, पहला पढ़िया है 0 होती है। मतलब गल ये बन गई हुण एक्सेलरेशन आप 0 रखनी हैगी उस वेले पावर कितनी आऊगी। सिंपल ही गल बन गई। तो फोर्स कढ़ लांगे आप इस तो बाद। नाउ फोर्स की हैगी अपने को, हुण एक्सेलरेशन 0 हैगी है, 0 भर दो बस। फोर्स जो होगी आर के बराबर होएगी, मतलब 1500 जी, क्योंकि अपने को एक्सेलरेशन 0 हो गया। फर्क है और एक्सेलरेशन दी हुई सी, ये वैल्यू निकल गई और एक्सेलरेशन कितनी है 0 रख के बाकी सॉल्व कर लवांगे। देयरफॉर पावर की आ जाएगी अपने को फोर्स इंटू वेलोसिटी, फिर हॉर्स पावर आ जाएगी, इनू आपने 746 से डिवाइड करना, ये हॉर्स पावर आ जाएगी। चलो एक लास्ट क्वेश्चन और करवाना, इसका स्टेटमेंट देख लो। अ ट्रेन ऑफ मास m pound is ascending a smooth incline of 1 in n, and when the velocity of train is v feet per second, its acceleration is f feet per second square. Prove that effective horsepower of engine is mv nf plus g upon 550 n। जो क्वेश्चन सौखा ही है सारा ये। हुण फुट ते पाउंड की गल हो रही है, तुहानूं लग गया होगा जे फुट पाउंड विच होवे उन्होंने 550 से डिवाइड करांगे तो अपना हॉर्स पावर च आएगा, तो ही ये 550 नीचे आ रहा। तो देखो एक नवी गल आ रही है कि इनकलाइन प्लेन है, वो लिखा है 1 in n। इसका मतलब की होंगे 1 in n, इसका मतलब इदा होना जो एंगल हैगा वो साइन की गल कर रहे हैं। साइन थीटा है वो 1/n है। 1 in n का होता कि साइन थीटा 1/n। बॉडी जो है इसका मास दिता है अपन m पाउंड। चलो मास इंटू ग्रैविटी करता, वेट आ गया, ये थीटा एंगल हो गया, ये mg cos थीटा हो गया। पहला पढ़िया थीटा क्यों होंगे जी, ये mg sin थीटा हो गया। ओवरऑल फोर्स जी हैगी इधर मान लो एफ, तो इफेक्टिव एक्सेलरेशन जी हैगी वो एफ। तो पहला वांगू हो गया अपने को इक्वेशन की बनेगी मास इंटू एक्सेलरेशन, ये की होएगा फोर्स माइनस mg sin थीटा। ये पहला किया है ये अपन आ लभनी आप इफेक्टिव फोर्स कितना फोर्स हैगी, तो ये फोर्स आ गई अपने को mf प्लस mg sin थीटा। साइन थीटा गिवन सी 1/n है, तो ये आ गया mf प्लस mg/n, ये फोर्स आ गई। पावर की होएगी फोर्स इंटू वेलोसिटी, फोर्स mf mg/n, वेलोसिटी अपन सीधी भी दी हुई है
इत्थे मास MC कैपिटल M दिता है। ये विचों M कॉमन निकल गया, F प्लस G बाय N इंटू V, M V भी अगे पा लो, इहदा एलसीएम ले लो, F N G बाय N, ये अपने कोल पावर आ गई। हुण इहनूं आपां ने हॉर्स पावर च कन्वर्ट करना, तो हॉर्स पावर आएगी MV FN प्लस G ओवर 550, 550 से आप डिवाइड करना या 500। तो देखो जी पावर तो वैसे ही वर्ड आया अपने को जी, बाकी कंसैप्ट तो पिछे ने सारे, फोर्स किवें कढ़नी हैगी है, वेलोसिटी किवें कढ़नी है, कंसैप्ट सारे पुराने ने जी अपने। सो ठीक है जी, पावर का कंसैप्ट सीगा जी अपना। इस तो बाद नैक्सट लैक्चर के फिर आप नवा टॉपिक शुरू करांगे। ये काम कर लियो, कोई प्रॉब्लम होए तो पुछ लियो। थैंक यू।